ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਬੈਰਾਗਣ ਮਹੱਲਾ ਪਹਿਲਾ। ਸੋ ਆਓ ਸਾਧ ਸੰਗਤ ਜੀ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੱਲ ਰਹੀ ਲੜੀਵਾਰ ਵਿਚਾਰ ਦੇ ਵਿੱਚ ਕਿਰਪਾ ਕਰ ਰਹੇ ਹਨ। ਪਾਵਨ ਅੰਗ 228 ਤੇ ਸਤਿਗੁਰੂ। ਇਹ ਪਾਵਨ ਸ਼ਬਦ ਜਿਸ ਸਮੇਂ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਵਿਖੇ ਸੰਗਤਾਂ ਨੂੰ ਉਪਦੇਸ਼ ਦੇ ਕੇ ਨਿਹਾਲ ਕਰ ਰਹੇ ਸਨ। ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਜਥੇ ਬਣਾ ਕੇ ਆਉਂਦੀਆਂ ਸਨ। ਸਿੱਧ ਵੀ ਕਰਤਾਰਪੁਰ ਸਾਹਿਬ ਵਿਖੇ ਗੁਰੂ ਪਾਤਸ਼ਾਹ ਜੀ ਦੇ ਦਰਸ਼ਨਾਂ ਨੂੰ ਪਹੁੰਚੇ। ਇਹਨਾਂ ਨੇ ਬੇਨਤੀ ਕੀਤੀ ਕਿ ਹੇ ਮਹਾਰਾਜ, ਸਾਨੂੰ ਦੱਸਣਾ ਕਰੋ ਕਿ ਪਰਮੇਸ਼ਰ ਆਪ ਦੇ ਪਿਆਰਿਆਂ ਦੀ ਰੱਖਿਆ ਕਿਸ ਤਰ੍ਹਾਂ ਕਰਦਾ ਹੈ। ਤਦ ਸਤਿਗੁਰੂ ਸਾਹਿਬ ਜੀ ਨੇ ਗੌੜੀ ਦੀ ਬੈਰਾਗਣ ਜਾਤੀ ਵਿੱਚ ਇਹ ਅਸ਼ਟਪਦੀ ਉਚਾਰਨ ਕੀਤੀ। ਗੌੜੀ ਬੈਰਾਗਣ ਮਹੱਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰ ਕਹੀਏ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਜਿਉ ਗਾਈ ਕਉ ਗੋਇਲੀ ਰਾਖੈ ਕਰ ਸਾਰਾ। ਦ੍ਰਿਸ਼ਟਾਂਤ ਦਿੰਦੇ ਹਨ ਭਾਈ, ਜਿਸ ਪ੍ਰਕਾਰ ਗਾਈ ਗਊਆਂ ਦੇ ਤਾਈ ਗੋਇਲੀ ਗਵਾਲਾ ਸਾਰ ਸੰਭਾਲ ਕਰਕੇ ਰੱਖਦਾ ਹੈ, ਹੋਰਨਾਂ ਜੰਗਲੀ ਜਾਨਵਰਾਂ ਆਦਿ ਤੋਂ ਸਾਰਾ ਕਹੀਏ ਸਾਵਧਾਨ ਹੋ ਕਰਕੇ ਰੱਖਦਾ ਹੈ। ਐਨਿਸ ਪਾਲਹਿ ਰਾਖ ਲੇਹ ਆਤਮ ਸੁਖ ਧਾਰਾ। ਐਨਿਸ ਕਹੀਏ ਰਾਤ ਦਿਨ ਗਊਆਂ ਬੱਚਿਆਂ ਨੂੰ ਪਾਲਦਾ ਹੈ ਅਤੇ ਰੱਖਿਆ ਕਰ ਲੈਂਦਾ ਹੈ। ਇਸ ਤਰ੍ਹਾਂ ਆਪਣੀ ਆਤਮ ਮਨ ਵਿੱਚ ਸੁਖ ਆਨੰਦ ਨੂੰ ਧਾਰਦਾ ਹੈ। ਇਤੇ ਉਤ ਰਾਖੋ ਦੀਨ ਦਇਆਲਾ, ਤਉ ਸਰਣਾਗਤ ਨਦਰ ਨਿਹਾਲਾ ਰਹਾਉ। ਹੇ ਦੀਨ ਗਰੀਬਾਂ ਤੇ ਦਿਆਲਤਾ ਕਰਨ ਵਾਲੇ ਪ੍ਰਭੂ ਪਰਮੇਸ਼ਰ ਜੀ, ਤੁਸੀਂ ਇਤ ਉਤ ਕਹੀਏ ਲੋਕ ਪਰਲੋਕ ਵਿੱਚ ਸਾਨੂੰ ਰੱਖਣਾ ਕਰੋ। ਆਪ ਹੀ ਸਾਡੀ ਰੱਖਿਆ ਕਰਨ ਵਾਲੇ ਹੋ। ਹੇ ਮਹਾਰਾਜ, ਮੈਂ ਤੁਹਾਡੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ। ਆਪ ਜੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਸਾਨੂੰ ਨਿਹਾਲ ਕਰੋ, ਦੁੱਖਾਂ ਤੋਂ ਰਹਿਤ ਕਰੋ। ਰਹਾਉ ਜਹ ਦੇਖੋ ਤਹ ਰਵ ਰਹੇ, ਰੱਖ ਰਾਖਨ ਹਾਰਾ। ਮੈਂ ਜਿੱਥੇ ਵੀ ਦੇਖਦਾ ਹਾਂ ਉੱਥੇ ਹੀ ਤੁਸੀਂ ਰਵ ਵਿਆਪਕ ਹੋ ਰਹੇ ਹੋ। ਹੇ ਰਾਖਨ ਹਾਰਾ, ਰੱਖਿਆ ਕਰਨ ਵਾਲੇ ਪ੍ਰਭੂ ਪਰਮੇਸ਼ਰ, ਸਾਨੂੰ ਸਭ ਸਮਿਆਂ ਤੇ ਸਭ ਥਾਵਾਂ ਵਿੱਚ ਰੱਖਣਾ ਕਰੋ। ਤੂੰ ਦਾਤਾ ਭੁਗਤਾ ਤੂੰ ਹੈ, ਤੂੰ ਪ੍ਰਾਣ ਆਧਾਰਾ। ਤੁਸੀਂ ਹੀ ਦਾਤਾਂ ਦੇਣ ਵਾਲੇ ਹੋ ਅਤੇ ਪਦਾਰਥਾਂ ਨੂੰ ਭੋਗਣ ਵਾਲੇ ਵੀ ਤੁਸੀਂ ਹੀ ਹੋ। ਤੁਸੀਂ ਹੀ ਉਪਾਸ਼ਕਾਂ ਦੇ ਹਿਰਦਿਆਂ ਵਿੱਚ ਦਾਤਾ ਰੂਪ ਹੋ ਕੇ ਪਰੋਖ ਅਪਰੋਖ ਗਿਆਨ ਦੀਆਂ ਦਾਤਾਂ ਦੇਣ ਵਾਲੇ ਹੋ ਤੇ ਬ੍ਰਹਮਾਨੰਦ ਨੂੰ ਭੋਗਣ ਵਾਲੇ ਹੋ। ਤਤ ਬੇਤਾ ਰੂਪ ਵੀ ਤੁਸੀਂ ਹੀ ਹੋ ਅਤੇ ਤੁਸੀਂ ਹੀ ਸਾਡੇ ਪ੍ਰਾਣ ਸਵਾਸਾਂ ਦਾ ਆਸਰਾ ਰੂਪ ਹੋ। ਕਿਰਤ ਪਿਆ ਅਦ ਊਰਦੀ ਬਿਨ ਗਿਆਨ ਵਿਚਾਰਾ। ਆਪਣੇ ਸਰੂਪ ਦੇ ਬੋਧ ਦੀ ਵਿਚਾਰ ਕੀਤੇ ਤੋਂ ਬਗੈਰ ਜੀਵ ਦੇ ਮੱਥੇ ਉੱਪਰ ਕਿਰਤ ਕਹੀਏ ਕਰਮ ਪਿਆ ਹੋਇਆ ਹੈ। ਉਸ ਅਨੁਸਾਰ ਕਦੇ ਅਧ ਨੀਵੀਆਂ ਜੂਨਾਂ ਵਿੱਚ ਆਉਂਦਾ ਹੈ, ਕਦੇ ਊਰਦੀ ਉੱਚੀਆਂ ਦੇਵਤਿਆਂ ਆਦਿਕ ਜੂਨਾਂ ਵਿੱਚ ਆਉਂਦਾ ਹੈ। ਅੱਧ ਨੀਵੀਆਂ ਧਰਤੀ 'ਤੇ ਵਿਚਰਨ ਵਾਲੀਆਂ ਜੂਨਾਂ ਵਿੱਚ ਆਉਂਦਾ ਹੈ, ਕਦੇ ਊਰਦੀ ਉੱਪਰ ਆਕਾਸ਼ ਵਿੱਚ ਉੱਡਣ ਵਾਲੇ ਪੰਛੀਆਂ ਦੀਆਂ ਜੂਨਾਂ ਵਿੱਚ ਆਉਂਦਾ ਹੈ। ਸੋ ਕਹਿੰਦੇ ਕਰਮਾਂ ਅਨੁਸਾਰ ਜਦੋਂ ਪੁੰਨ ਨਾਸ ਹੋ ਜਾਂਦੇ ਹਨ ਤਾਂ ਉਦੋਂ ਊਰਦੀ ਸਵਰਗ ਆਦਿਕਾਂ ਵਿੱਚੋਂ ਨੌਖ ਰਾਜੇ ਵਾਂਗੂ ਅੱਧ ਮਾਤ ਲੋਕ ਵਿੱਚ ਆ ਕੇ ਡਿੱਗਦੇ ਹਨ। ਬਿਨ ਉਪਮਾ ਜਗਦੀਸ਼ ਕੀ ਬਿਨਸੈ ਨਾ ਅੰਧਿਆਰਾ। ਜਗਤ ਦੇ ਈਸ਼ਵਰ ਪਰਮੇਸ਼ਰ ਦੀ ਉਪਮਾ ਉਸਤਤ ਕੀਤੇ ਤੋਂ ਬਗੈਰ ਅਗਿਆਨ ਰੂਪੀ ਹਨੇਰਾ ਬਿਨਸੈ ਕਹੀਏ ਵਿਸ਼ੇਸ਼ ਕਰਕੇ ਨੱਸਦਾ ਨਹੀਂ ਹੈ, ਨਿਵਰਤ ਨਹੀਂ ਹੁੰਦਾ।
ਜਗ ਬਿਨਸਤ ਹਮ ਦੇਖਿਆ, ਲੋਭੇ ਅਹੰਕਾਰਾ। ਲਾਲਚ ਅਤੇ ਹੰਕਾਰ ਆਦਿਕ ਵਿਕਾਰਾਂ ਵਿੱਚ ਸਾਰਾ ਸੰਸਾਰ ਹੀ ਬਿਨਸਤ ਨਾਸ਼ ਹੁੰਦੇ ਹੋਏ ਨੂੰ ਅਸੀਂ ਵੇਖਿਆ ਹੈ। ਗੁਰ ਸੇਵਾ ਪ੍ਰਭ ਪਾਇਆ, ਸੱਚ ਮੁਕਤ ਦੁਆਰਾ। ਹੇ ਭਾਈ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੀ ਹੈ, ਉਹਨਾਂ ਨੇ ਅਕਾਲ ਪੁਰਖ ਅਤੇ ਉਸ ਦਾ ਸੱਚ ਸੱਚਾ ਮੁਕਤੀ ਦਾ ਦੁਆਰਾ ਦਰਵਾਜ਼ਾ ਗਿਆਨ ਪਾਉਣਾ ਕੀਤਾ ਹੈ। ਨਿਜ ਘਰ ਮਹਿਲ ਅਪਾਰ ਕੋ ਅਪਰੰਪਰ ਸੋਈ। ਆਪਣੇ ਸਰੀਰ ਅੰਤਸ਼ਕਰਨ ਰੂਪੀ ਘਰ ਦੇ ਵਿੱਚ ਹੀ ਅਪਾਰ ਕਹੀਏ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਸਰੂਪ ਰੂਪੀ ਮਹਿਲ ਸਥਿਤ ਹੈ, ਪਰੰਤੂ ਉਹ ਪ੍ਰਾਪਤ ਨਹੀਂ ਹੁੰਦਾ, ਕਿਉਂਕਿ ਉਹ ਪਰਮੇਸ਼ਰ ਪ੍ਰਕਿਰਤੀ ਤੋਂ ਪਰੇ ਹੈ। ਉਸ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਮਹਿਲ ਭਾਵ ਤੁਰਿਆ ਪਦ ਰੂਪੀ ਘਰ ਹੈ, ਪਰ ਅਸੀਂ ਅਪਰੰਗ ਪਰ ਕਹੀਏ ਅਪਰੰਗ ਪ੍ਰਕਿਰਤੀ ਵਿੱਚ ਫਸੇ ਹੋਏ ਹਾਂ ਤੇ ਉਹ ਪਰ ਪ੍ਰਕਿਰਤੀ ਤੋਂ ਪਰੇ ਹੈ। ਬਿਨ ਸ਼ਬਦੈ ਥਿਰ ਕੋ ਨਹੀਂ, ਬੂਝੈ ਸੁਖ ਹੋਈ। ਸਤਿਗੁਰਾਂ ਦੇ ਉਪਦੇਸ਼ ਤੋਂ ਬਗੈਰ ਉਸ ਪਦ ਵਿੱਚ ਕੋਈ ਵੀ ਸਥਿਤ ਨਹੀਂ ਹੋ ਸਕਦਾ। ਜੇਕਰ ਗੁਰਾਂ ਤੋਂ ਪੁੱਛ ਲਵੇ, ਸਮਝ ਲਵੇ ਤਾਂ ਸੁਖ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਕਿਆ ਲੈ ਆਇਆ ਲੈ ਜਾਏ, ਕਿਆ ਫਾਸਹਿ ਜਮ ਜਾਲਾ। ਹੇ ਜੀਵ, ਤੂੰ ਕੀ ਲੈ ਕਰਕੇ ਆਇਆ ਸੀ ਤੇ ਕੀ ਲੈ ਕਰਕੇ ਜਾਵੇਂਗਾ। ਭਾਵ ਨਾਲ ਨਾ ਕੁਝ ਆਇਆ ਸੀ ਤੇ ਨਾ ਹੀ ਨਾਲ ਕੁਝ ਲੈ ਕੇ ਜਾਵੇਂਗਾ। ਤੂੰ ਵਿਅਰਥ ਹੀ ਹਉਮੈ ਕਰਕੇ ਜਮਾਂ ਦੇ ਜਾਲਾ ਫਾਹਿਆਂ ਵਿੱਚ ਫਸ ਰਿਹਾ ਹੈ। ਡੋਲ ਬੱਧਾ ਕਸ ਜੇਵਰੀ, ਆਕਾਸ ਪਤਾਲਾ। ਜੇਕਰ ਡੋਲ ਖੂਹ ਵਿੱਚੋਂ ਪਾਣੀ ਕੱਢਣ ਵਾਲੇ ਪਾਤਰ ਨੂੰ ਰੱਸੀ ਨਾਲ ਖਿੱਚ ਕੇ ਬੰਨ੍ਹ ਦਿੱਤਾ ਜਾਵੇ ਤਾਂ ਉਹ ਡੋਲ ਖੂਹੀ ਵਿੱਚੋਂ ਕਦੇ ਆਕਾਸ਼ ਉੱਪਰ ਨੂੰ ਚੜ੍ਹ ਜਾਂਦਾ ਹੈ ਤੇ ਕਦੇ ਪਤਾਲਾ ਹੇਠਾਂ ਖੂਹੀ ਦੇ ਵਿੱਚ ਡਿੱਗ ਪੈਂਦਾ ਹੈ। ਇਸੇ ਪ੍ਰਕਾਰ ਇਹ ਜੀਵ ਰੂਪੀ ਡੋਲ ਕਰਮਾਂ ਰੂਪੀ, ਆਸਾ ਰੂਪੀ, ਵਾਸ਼ਨਾ ਰੂਪੀ ਰੱਸੀ ਨਾਲ ਕੱਸ ਕੇ ਬੱਝਾ ਪਿਆ ਹੈ। ਪੁੰਨਾ ਕਰਕੇ ਕਦੇ ਆਕਾਸ਼ ਸਵਰਗ ਆਦਿ ਦੇ ਸੁੱਖਾਂ ਨੂੰ ਭੋਗਦਾ ਹੈ ਤੇ ਕਦੇ ਪੁੰਨ ਨਾਸ ਹੋਣ ਤੋਂ ਪਤਾਲਾ ਕਹੀਏ ਹੇਠਾਂ ਟੇਢੀਆਂ ਜੂਨਾਂ ਵਿੱਚ ਆ ਕੇ ਡਿੱਗਦਾ ਹੈ, ਟੇਢੀਆਂ ਜੂਨਾਂ ਨੂੰ ਪ੍ਰਾਪਤ ਕਰਦਾ ਹੈ। ਗੁਰਮਤਿ ਨਾਮ ਨ ਵੀਸਰੈ, ਸਹਿਜੇ ਪਤ ਪਾਈਐ। ਹੇ ਭਾਈ, ਗੁਰੂ ਦੀ ਸਿੱਖਿਆ ਨੂੰ ਧਾਰਨ ਕਰੋ। ਗੁਰੂ ਦੀ ਸਿੱਖਿਆ ਇਹੋ ਹੀ ਹੈ ਕਿ ਕਦੇ ਵੀ ਪਰਮੇਸ਼ਰ ਦਾ ਨਾਮ ਭੁੱਲੇ ਨਾ। ਗੁਰਮਤੀਆਂ ਨੂੰ ਕਦਾ ਚਿੱਤ ਵੀ ਪਰਮਾਤਮਾ ਦਾ ਨਾਮ ਭੁੱਲਦਾ ਹੀ ਨਹੀਂ। ਸਹਿਜੇ ਪਤ ਪਾਈਐ, ਉਹ ਸੁਤੇ ਸਿੱਧ ਹੀ ਗਿਆਨ ਅਵਸਥਾ, ਸਹਿਜ ਅਵਸਥਾ ਨੂੰ ਪ੍ਰਾਪਤ ਕਰਕੇ ਉਸ ਪਰਮਾਤਮਾ ਪਤ ਕਹੀਏ ਪਤੀ ਨੂੰ ਪਾ ਲਈਦਾ ਹੈ। ਅੰਤਰ ਸ਼ਬਦ ਨਿਧਾਨ ਹੈ, ਮਿਲ ਆਪ ਗਵਾਈਐ। ਜਿਨ੍ਹਾਂ ਦੇ ਹਿਰਦੇ ਵਿੱਚ ਗੁਰਾਂ ਦੇ ਸ਼ਬਦ ਉਪਦੇਸ਼ ਭਾਵ ਨਾਮ ਦਾ ਖਜ਼ਾਨਾ ਹੈ, ਉਹ ਗੁਰਾਂ ਦੇ ਸ਼ਬਦ ਨਾਲ ਮਿਲ ਕਰਕੇ ਆਪ ਭਾਵ ਗਵਾਈਐ ਗਵਾ ਦਿੰਦੇ ਹਨ। ਸ਼ਬਦ ਦੀ ਕਮਾਈ ਕਰਕੇ ਆਪਾ ਭਾਵ ਗਵਾ ਕਰਕੇ ਵਾਹਿਗੁਰੂ ਨਾਲ ਮਿਲ ਜਾਂਦੇ ਹਨ। ਨਦਰ ਕਰੇ ਪ੍ਰਭ ਆਪਣੀ, ਗੁਣ ਅੰਕ ਸਮਾਵੈ। ਜਦੋਂ ਪ੍ਰਭੂ ਪਰਮੇਸ਼ਰ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਦਾ ਹੈ ਤਾਂ ਅੰਕ ਹੁੰਦਾ ਹਿਰਦੇ ਵਿੱਚ ਸ਼ੁਭ ਗੁਣ ਸਮਾਉਂਦੇ ਹਨ। ਨਾਨਕ ਮੇਲ ਨ ਚੂਕਈ, ਲਾਹਾ ਸੱਚ ਪਾਵੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹ ਗੁਰਮੁਖ ਸੱਚੇ ਨਾਮ ਦਾ ਹੀ ਲਾਭ ਪ੍ਰਾਪਤ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਜਾਂਦੇ ਹਨ। ਉਹਨਾਂ ਦਾ ਇਹ ਮਿਲਾਪ ਚੁੱਕਿਆ ਨਹੀਂ ਜਾਂਦਾ, ਭਾਵ ਇੱਕੋ ਹੀ ਰੂਪ ਹੋ ਜਾਂਦੇ ਹਨ। ਸੋ ਅੱਗੇ ਫਿਰ ਸਤਿਗੁਰੂ ਜਿਹੜੀ ਅਸ਼ਟਪਦੀ ਉਚਾਰਨ ਕਰ ਰਹੇ ਹਨ, ਸੋ ਕੁੱਲ ਮਿਲਾ ਕੇ ਜੋ ਸੋਚੀਏ ਉਹ ਤਾਂ 18ਵੀਂ ਅਸ਼ਟਪਦੀ ਅੱਗੇ ਆਰੰਭ ਹੋ ਰਹੀ ਹੈ। ਸੋ ਵੈਸੇ ਜਿਵੇਂ ਪਿੱਛੇ ਆਪਾਂ ਸਰਲੇਖ ਕੱਲ੍ਹ ਵਾਲੀ ਵਿਚਾਰ ਵਿੱਚ ਪੜ੍ਹ ਆਏ ਹਾਂ ਕਿ 16 ਅਸ਼ਟਪਦੀਆਂ ਗੌੜੀ ਗੁਆਰੇਰੀ ਕੀਆਂ, ਉੱਥੋਂ ਤੱਕ ਗੁਆਰੇਰੀ ਜਾਤੀ ਵਿੱਚ 16 ਅਸ਼ਟਪਦੀਆਂ ਆਈਆਂ ਸਨ। ਅੱਜ ਪਹਿਲੀ ਅਸ਼ਟਪਦੀ ਆਪਾਂ ਹੁਣ ਸਰਵਣ ਕੀਤੀ ਹੈ ਗੌੜੀ ਬੈਰਾਗਣ ਜਾਤੀ ਵਿੱਚ। ਸੋ ਅੱਗੇ ਇਸ ਦੀ ਦੂਸਰੀ ਆਪਾਂ ਅਸ਼ਟਪਦੀ ਪ੍ਰਾਰੰਭ ਹੋਣ ਜਾ ਰਹੀ ਹੈ। ਸਿੱਧ ਮੰਡਲੀ ਨੇ ਸਤਿਗੁਰਾਂ ਦੀ ਸ਼ਰਨ ਵਿੱਚ ਆਣ ਕੇ
ਬੇਨਤੀ ਕਰਕੇ ਪੁੱਛਿਆ ਕਿ ਮਹਾਰਾਜ ਕਲਯੁਗ ਦੇ ਲੱਛਣ ਕੀ ਹਨ। ਤਦ ਸਤਿਗੁਰੂ ਸਾਹਿਬ ਜੀ ਸਿੱਧਾਂ ਦੇ ਪਰਥਾਏ ਸਰਬ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹਨ। ਪਹਿਲਾਂ ਗੁਰੂ ਅਤੇ ਪਰਮੇਸ਼ਰ ਦੀ ਉਪਮਾ ਕਰਕੇ ਸਮਝਾਇਆ ਹੈ, ਫਿਰ ਕਲਯੁਗ ਦੇ ਲੱਛਣ ਤੀਸਰੇ ਪਦ ਤੋਂ ਦੱਸਣਗੇ। ਗੌੜੀ ਮਹੱਲਾ ਪਹਿਲਾ। ਗੁਰ ਪ੍ਰਸਾਦੀ ਬੂਝ ਲੇ ਤਉ ਹੋਏ ਨਬੇਰਾ। ਸਤਿਗੁਰਾਂ ਦੀ ਪ੍ਰਸਾਦੀ ਕਿਰਪਾ ਦੁਆਰਾ ਜੇਕਰ ਕੋਈ ਪ੍ਰਮਾਤਮਾ ਨੂੰ ਬੂਝ ਸਮਝ ਲਵੇ ਤਾਂ ਜੰਮਣ ਮਰਨ ਦਾ ਨਬੇੜਾ ਕਹੀਏ ਉਹਦਾ ਨਬੇੜਾ ਹੋਵੇਗਾ। ਘਰ ਘਰ ਨਾਮ ਨਿਰੰਜਨਾ ਸੋ ਠਾਕੁਰ ਮੇਰਾ। ਘਰ ਘਰ ਤੋਂ ਭਾਵ ਹੈ ਸ਼ਾਸਤਰਾਂ ਵਿੱਚ ਪਰਮੇਸ਼ਰ ਦਾ ਨਾਮ ਹੀ ਕਥਨ ਕੀਤਾ ਹੋਇਆ ਹੈ। ਭਾਵ ਸਭ ਸ਼ਾਸਤਰ ਨਾਮ ਦੀ ਮਹਿਮਾ ਹੀ ਕਹਿੰਦੇ ਹਨ। ਸੋ ਠਾਕੁਰ ਮੇਰਾ ਕੀ ਕਹਿੰਦੇ ਹਨ? ਸਰੀਰਾਂ ਵਿੱਚ ਸਾਰੇ ਨਿਰੰਜਨਾ ਪਰਮੇਸ਼ਰ ਦਾ ਨਾਮ ਜਪਦੇ ਹਨ। ਸਾਰਿਆਂ ਦੇ ਘਰ ਸਰੀਰਾਂ ਨੂੰ ਘਰ ਪੜਨ ਵਾਲਾ ਬ੍ਰਹਮਾ ਵੀ ਨਿਰੰਜਨਾ ਪ੍ਰਮਾਤਮਾ ਦੇ ਨਾਮ ਦਾ ਜਾਪ ਕਰਦਾ ਹੈ। ਸੋ ਠਾਕੁਰ ਮੇਰਾ ਉਹ ਐਸਾ ਸ਼ੁੱਧ ਬ੍ਰਹਮ ਹੈ, ਉਹ ਮੇਰਾ ਸਾਡਾ ਠਾਕੁਰ ਸੁਆਮੀ ਹੈ। ਬਿਨ ਗੁਰ ਸਬਦ ਨਾ ਛੂਟੀਐ ਦੇਖੋ ਵਿਚਾਰਾ। ਸਤਿਗੁਰੂ ਸਾਹਿਬ ਜੀ ਦੇ ਉਪਦੇਸ਼ ਦੀ ਕਮਾਈ ਕੀਤੇ ਤੋਂ ਬਗੈਰ ਛੁਟਕਾਰਾ ਨਹੀਂ ਹੁੰਦਾ। ਬੇਸ਼ੱਕ ਇਸ ਨੂੰ ਵਿਚਾਰ ਕਰਕੇ ਕੋਈ ਦੇਖ ਲਵੋ। ਜੇ ਲੱਖ ਕਰਮ ਕਮਾਵਹੀ ਬਿਨ ਗੁਰ ਅੰਧਿਆਰਾ ਰਹਾਉ। ਜੇਕਰ ਲੱਖਾਂ ਜਨਮ ਧਾਰ ਕੇ ਲੱਖਾਂ ਕਰਮਾਂ ਨੂੰ ਵੀ ਕਮਾਵਹੀ ਕਮਾ ਲਵੇ, ਪਰੰਤੂ ਸਤਿਗੁਰਾਂ ਤੋਂ ਬਗੈਰ ਅਗਿਆਨ ਦਾ ਹਨੇਰਾ ਬਣਿਆ ਹੀ ਰਹਿੰਦਾ ਹੈ। ਰਹਾਉ। ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ। ਜਿਹੜੇ ਅੰਨੇ ਅਗਿਆਨੀ ਲੋਕ ਅਕਲ ਤੋਂ ਬਾਹਰ ਹਨ, ਭਾਵ ਮਨ ਬੁੱਧ ਰੂਪੀ ਨੇਤਰਾਂ ਵਿੱਚ ਭਰਮ ਰੂਪੀ ਫੋਲੇ ਪਏ ਹੋਏ ਜਿਨ੍ਹਾਂ ਦੇ ਤੇ ਅੰਦਰ ਪਰਮਾਰਥ ਵਾਲੀ ਅਕਲ ਹੀ ਨਹੀਂ, ਫਿਰ ਉਹਨਾਂ ਪੁਰਖਾਂ ਦੇ ਤਾਈਂ ਕੀ ਕਹਿਣਾ ਕਰੀਏ। ਭਾਵ ਉਹ ਕੁਝ ਸਮਝਦੇ ਹੀ ਨਹੀਂ। ਬਿਨ ਗੁਰ ਪੰਥ ਨਾ ਸੂਝਈ ਕਿਤ ਬਿਦ ਨਿਰਬਹੀਐ। ਸਤਿਗੁਰੂ ਸਾਹਿਬ ਜੀ ਤੋਂ ਬਗੈਰ ਭਗਤੀ ਸਹਿਤ ਪਰਮਾਰਥ ਗਿਆਨ ਦਾ ਪੰਥ ਰਸਤਾ ਕਿਸੇ ਨੂੰ ਵੀ ਸੂਝਿਆ ਹੀ ਦਿਸਦਾ ਹੀ ਨਹੀਂ। ਫਿਰ ਇਹ ਜੀਵ ਕਿਹੜੀ ਵਿਧੀ ਤਰੀਕੇ ਨਾਲ ਨਿਰਵਾਹ ਕਰਨਗੇ, ਭਾਵ ਮੁਕਤ ਕਿਵੇਂ ਹੋਣਗੇ। ਅੱਗੇ ਕਲਯੁਗ ਦੇ ਲੱਛਣ ਦੱਸਦੇ ਹਨ। ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ। ਇਹ ਸੰਸਾਰ ਵਿੱਚ ਖੋਟੇ ਦੋਸ਼ੀ ਐਬੀ ਨੂੰ ਭਾਵ ਧਰਮ ਤੋਂ ਹੀਣੇ ਨੂੰ ਲੋਕ ਖਰਾ ਚੰਗਾ ਕਹਿੰਦੇ ਬੰਦਾ ਹੀ ਇਹੋ ਅਸਲੀ ਆ। ਕਹਿੰਦੇ ਹਨ ਕਿ ਬੜਾ ਵਧੀਆ ਬੰਦਾ ਹੈ, ਪਰ ਧਰਮ ਵਿੱਚ ਖਰੇ ਪੱਕੇ ਹਨ ਜਿਹੜੇ ਚੰਗੇ ਹਨ, ਉਹਨਾਂ ਦੀ ਸਾਰ ਖਬਰ ਤੱਕ ਵੀ ਨਹੀਂ ਜਾਣਦੇ। ਸਗੋਂ ਕਹਿੰਦੇ ਹਨ ਇਹ ਤਾਂ ਹੁਣ ਦੁਨੀਆ ਤੋਂ ਗਿਆ ਗੁਜ਼ਰਿਆ। ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ। ਜਿਹੜੇ ਅੰਨੇ ਅਗਿਆਨੀ ਪੁਰਸ਼ ਹਨ, ਮਨ ਬੁੱਧ ਰੂਪੀ ਨੇਤਰਾਂ ਵਿੱਚ ਬ੍ਰਹਮ ਗਿਆਨ ਰੂਪੀ ਨਿਗਾਹ ਨਹੀਂ ਹੈ, ਉਹਨਾਂ ਦਾ ਨਾਮ ਪਾਰਖੂ ਪਰਖਣ ਵਾਲਾ ਭਾਵ ਗਿਆਨੀ ਰੱਖਿਆ ਹੈ। ਜੋ ਅਗਿਆਨੀ ਹੈ ਉਸ ਦਾ ਨਾਮ ਪਰਮੇਸ਼ਰ ਦੀ ਪਰਮਾਰਥ ਦੀ ਪਰਖ ਕਰਨ ਵਾਲੀ ਰੱਖਿਆ ਹੋਇਆ ਹੈ। ਇਹ ਕਲੀ ਕਹੀਏ ਕਲਯੁਗ ਦੇ ਸਮੇਂ ਦੇ ਵਿਡਾਣੇ ਅਸਚਰਜਤਾ ਹੈ, ਕਿਉਂਕਿ ਇੱਥੇ ਅਮੀਰ ਨੂੰ ਹਾਂਜੀ ਹਾਂਜੀ ਕਿਹਾ ਜਾਂਦਾ ਹੈ, ਗਰੀਬ ਨੂੰ ਤੋਏ ਤੋਏ ਕੀਤਾ ਜਾਂਦਾ ਹੈ। ਕਿਸੇ ਕਵੀ ਨੇ ਲਿਖਿਆ ਨਾ, ਉਹ ਕਹਿੰਦਾ ਜੇਕਰ ਕੋਈ ਗਰੀਬ ਬੰਦਾ ਕਿਸੇ ਅਹੁਦੇ ਤੋਂ ਕਿਸੇ ਸਟੇਜ ਤੋਂ ਕੋਈ ਦੋ ਅੱਖਰ ਬੋਲਦਾ ਹੈ ਤੇ ਉਸ ਦੀ ਕੋਈ ਆਵਾਜ਼ ਨੂੰ ਸੁਣਨ ਨੂੰ ਤਿਆਰ ਨਹੀਂ। ਭਾਵੇਂ ਉਹ ਸੱਚ ਬੋਲਦਾ ਹੈ, ਭਾਵੇਂ ਉਹ ਮੌਜੂਦਾ ਸਮੇਂ 'ਤੇ ਬੜੇ ਵਧੀਆ ਬਚਨ ਆਪਣੇ ਸੁਣਾਉਂਦਾ ਹੈ, ਪਰ ਉਸ ਨੂੰ ਕੋਈ ਸੁਣ ਕੇ ਤਿਆਰ ਨਹੀਂ। ਪਰ ਕੋਈ ਅਮੀਰ ਬੰਦਾ, ਪੈਸੇ ਵਾਲਾ ਧਨਾੜ ਬੰਦਾ, ਚਾਹੇ ਕੋਈ ਝੂਠੀ ਕੱਚੀ ਗੱਲ ਹੀ ਕਹਿੰਦਾ ਹੋਵੇ ਸਟੇਜ ਤੋਂ, ਉਸ ਨੂੰ ਸਾਰੇ ਹੀ ਸੱਤ ਕਰਕੇ ਮੰਨਦੇ ਹਨ। ਉਹ ਕਵੀ ਲਿਖਦਾ ਹੈ, ਜੇਕਰ ਕਹਿੰਦਾ ਗਰੀਬ ਜੋ ਸਾਚੀ ਕਹੈ ਤਾਹੇ ਨਾ ਮਾਨੈ ਕੋਏ, ਅਮੀਰ ਜੋ ਕਾਚੀ ਕਹੈ ਹਾਂਜੀ ਹਾਂਜੀ ਹੋਏ। ਕਹਿੰਦਾ ਜੇਕਰ ਅਮੀਰ ਕੱਚੀ ਗੱਲ ਕਹਿੰਦਾ ਹੈ, ਸਾਰੇ ਹਾਂਜੀ ਹਾਂਜੀ ਕਰਕੇ ਉਸ ਨੂੰ ਸਵੀਕਾਰਦੇ ਹਨ। ਸੋ ਸਤਿਗੁਰੂ ਵੀ ਕਹਿ ਰਹੇ ਆ ਕਿ ਇਹ ਕਲਯੁਗ ਦੇ ਲੱਛਣ ਹਨ। ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ। ਸੂਤੇ ਕਉ ਜਾਗਤ ਕਹਿ ਜਾਗਤ ਕਉ ਸੂਤਾ। ਜਿਹੜੇ ਅਵਿਦਿਆ ਦੀ ਨੀਂਦ ਵਿੱਚ ਪਰਮਾਰਥ ਵੱਲੋਂ ਸੁੱਤੇ ਪਏ ਹਨ, ਭਜਨ ਸਿਮਰਨ ਵੱਲੋਂ, ਅੰਮ੍ਰਿਤ ਵੇਲੇ ਉੱਠਣ ਵੱਲੋਂ
ਸਤ ਸੰਗਤ ਕਰਨ ਵੱਲੋਂ ਸੁੱਤੇ ਰਹਿੰਦੇ ਹਨ, ਉਹਨਾਂ ਨੂੰ ਤਾਂ ਕਲਯੁਗੀ ਜੀਵ ਜਾਗਦਾ ਕਹਿੰਦੇ ਆ ਕਿ ਬਹੁਤ ਲਿਆਕਤ ਵਾਲਾ ਇਨਸਾਨ ਉਸ ਨੂੰ ਜਾਗਦੇ ਦਿਮਾਗ ਵਾਲਾ ਮੰਨਦੇ, ਤੇ ਜਿਹੜੇ ਆਪਣੀ ਬਿਰਤੀ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਕੇ ਗਿਆਨ ਅਵਸਥਾ ਵਿੱਚ ਜਾਗਦੇ ਹਨ, ਉਹਨਾਂ ਨੂੰ ਸੁੱਤਾ ਹੋਇਆ ਕਹਿੰਦੇ ਹਨ ਕਿ ਇਸ ਨੂੰ ਤਾਂ ਸੰਸਾਰ ਦਾ ਕੁਝ ਪਤਾ ਹੀ ਨਹੀਂ, ਇਹ ਤਾਂ ਕਮਲਾ ਰਮਲਾ ਹੈ, ਸਿੱਧਾ ਹੈ। ਜੀਵਤ ਕਉ ਮੂਆ ਕਹਿ ਮੂਏ ਨਹੀਂ ਰੋਤਾ। ਜਿਹੜੇ ਵਾਹਿਗੁਰੂ ਵੱਲੋਂ ਜਿਉਂਦੇ ਹੋ ਗਏ ਹਨ, ਉਹਨਾਂ ਨੂੰ ਇਹ ਸੰਸਾਰ ਮਰਿਆ ਹੋਇਆ ਮੂਆ ਕਹਿੰਦਾ ਹੈ, ਤੇ ਜੋ ਪਰਮੇਸ਼ਰ ਵੱਲੋਂ ਮਰੇ ਹੋਏ ਹਨ ਉਹਨਾਂ ਨੂੰ ਰੋਂਦੇ ਹੀ ਨਹੀਂ ਹਨ ਕਿ ਇਹ ਵਾਹਿਗੁਰੂ ਵੱਲੋਂ ਬੇਮੁਖ ਹੋ ਕੇ ਕਿਉਂ ਮਰ ਗਏ। ਜਿਹੜੇ ਪਰਮਾਰਥ ਵੱਲੋਂ ਮਰੇ ਹੋਏ ਹਨ ਉਹਨਾਂ ਵਾਸਤੇ ਰੋਂਦੇ ਭਾਵ ਯਤਨ ਨਹੀਂ ਕਰਦੇ। ਆਵਤ ਕਉ ਜਾਤਾ ਕਹਿ ਜਾਤੇ ਕਉ ਆਇਆ। ਜਿਹੜੇ ਆਪਣੇ ਜੀਵਨ ਨੂੰ ਉੱਚਾ ਕਰਨ ਲਈ ਸਾਧ ਸੰਗਤ ਵਿੱਚ ਆਉਂਦੇ ਹਨ, ਉਹਨਾਂ ਨੂੰ ਕਹਿੰਦੇ ਹਨ ਕਿ ਇਹ ਸਾਡੇ ਘਰ ਘਾਟ ਵੱਲੋਂ ਚਲਿਆ ਗਿਆ ਹੈ, ਭਾਵ ਇਹ ਤਾਂ ਗਿਆ ਗਵਾਚਾ, ਸਾਡੇ ਕੰਮ ਦਾ ਨਹੀਂ ਰਿਹਾ। ਤੇ ਜਿਹੜੇ ਸਾਧ ਸੰਗਤ ਛੱਡ ਕੇ ਸੰਸਾਰ ਵੱਲ ਚਲੇ ਜਾਂਦੇ, ਉਹਨਾਂ ਨੂੰ ਕਹਿੰਦੇ ਹਨ ਕਿ ਇਹ ਘਰ ਵਿੱਚ ਆ ਗਿਆ ਹੈ, ਬੰਦਾ ਹੀ ਇਹੋ ਹੈ। ਪਰ ਕੀ ਕਉ ਆਪਣੀ ਕਹਿ ਆਪਣੋ ਨਹੀਂ ਪਾਇਆ। ਪਰ ਕੀ ਕਹੀਏ, ਪਰਾਏ ਹੱਕ ਨੂੰ ਆਪਣੀ ਕਹਿੰਦੇ ਹਨ, ਤੇ ਜਿਹੜਾ ਆਪਣਾ ਹੱਕ ਹੈ ਉਹ ਪਾਉਂਦਾ ਹੀ ਨਹੀਂ। ਪਰਾਈਆਂ ਇਸਤਰੀਆਂ ਦੀ ਮੇਰ ਕਰਦੇ ਹਨ, ਆਪਣੀ ਕਹਿੰਦੇ ਹਨ। ਜੋ ਘਰ ਵਿੱਚ ਆਪਣੀਆਂ ਇਸਤਰੀਆਂ ਹਨ, ਜਿਨ੍ਹਾਂ ਤੋਂ ਕੁਲ ਚੱਲਣੀ ਹੈ, ਸ਼ੁਭ ਸੰਤਾਨ ਪੈਦਾ ਹੋਣੀ ਹੈ, ਉਹ ਆਪਣਾ ਪਰਿਵਾਰ ਚੰਗਾ ਹੀ ਨਹੀਂ ਲੱਗਦਾ। ਮੀਠੇ ਕਉ ਕੌੜਾ ਕਹਿ ਕੜੂਏ ਕਉ ਮੀਠਾ। ਜੋ ਪਰਮੇਸ਼ਰ ਦਾ ਅੰਮ੍ਰਿਤ ਰੂਪ ਨਾਮ ਮਿੱਠਾ ਹੈ, ਉਸ ਨੂੰ ਕੌੜਾ ਕਹਿੰਦੇ ਹਨ। ਜੋ ਵਿਸ਼ੇ ਵਕਾਰ ਆਦਿਕ ਕੌੜੇ ਹਨ, ਉਹਨਾਂ ਨੂੰ ਮਿੱਠੇ ਰਸ ਵਾਲੇ ਕਹਿੰਦੇ ਹਨ। ਰਾਤੇ ਕੀ ਨਿੰਦਾ ਕਰਹਿ ਐਸਾ ਕਲ ਮਹਿ ਡੀਠਾ। ਜਿਹੜੇ ਪਰਮੇਸ਼ਰ ਵਿੱਚ ਰੰਗੇ ਗਏ ਹਨ, ਉਹਨਾਂ ਦੀ ਤਾਂ ਲੋਕ ਨਿੰਦਿਆ ਕਰਦੇ ਹਨ। ਅਸੀਂ ਐਸਾ ਅਜਿਹਾ ਵਰਤਾਰਾ ਸਤਿਗੁਰੂ ਪਾਤਸ਼ਾਹ ਕਹਿੰਦੇ ਕਲਯੁਗ ਦੇ ਵਿੱਚ ਦੇਖਿਆ ਹੈ। ਚੇਰੀ ਕੀ ਸੇਵਾ ਕਰਹਿ ਠਾਕੁਰ ਨਹੀਂ ਦੀਸੈ। ਚੇਰੀ ਕੌਣ ਹੈ? ਦਾਸੀ ਭਾਵ ਮਾਇਆ ਦੀ ਹਰ ਵੇਲੇ ਟਹਿਲ ਕਰਦੇ ਹਨ, ਤੇ ਜੋ ਸਾਰੇ ਹੀ ਵਿਆਪਕ ਸੁਆਮੀ ਵਾਹਿਗੁਰੂ ਹੈ, ਉਹ ਇਹਨਾਂ ਅਗਿਆਨੀ ਜੀਵਾਂ ਤਾਈਂ ਦਿਸਦਾ ਹੀ ਨਹੀਂ। ਪੋਖਰ ਨੀਰ ਵਿਰੋਲੀਐ ਮਾਖਨ ਨਹੀਂ ਰੀਸੈ। ਪੋਖਰ ਹੁੰਦਾ ਛੱਪੜ, ਟੋਬੇ ਆਦਿ ਦਾ ਨੀਰ ਜਲ ਰਿੜਕਣਾ ਕਰੀਏ ਤਾਂ ਉਸ ਵਿੱਚੋਂ ਮੱਖਣ ਨਹੀਂ ਨਿਕਲਦਾ। ਇਸੇ ਪ੍ਰਕਾਰ ਸੰਸਾਰ ਰੂਪੀ ਟੋਬੇ ਦੇ ਭੂਤਾਂ ਪ੍ਰੇਤਾਂ ਦੀ ਉਪਾਸਨਾ ਅਤੇ ਸਕਾਮ ਕਰਮਾਂ ਰੂਪੀ ਪਾਣੀ ਨੂੰ ਰਿੜਕਦੇ ਰਹੀਏ ਤਾਂ ਇਸ ਵਿੱਚੋਂ ਪਰਮੇਸ਼ਰ ਦਾ ਆਨੰਦ ਰੂਪ ਗਿਆਨ ਰੂਪੀ ਮੱਖਣ ਨਹੀਂ ਰਿਸਦਾ, ਭਾਵ ਨਹੀਂ ਨਿਕਲਦਾ। ਇਸ ਪਦ ਜੋ ਅਰਥਾਏ ਲੇ ਸੋ ਗੁਰੂ ਹਮਾਰਾ। ਇਹ ਪਦ ਸ਼ਬਦ ਦੇ ਅੰਦਰ ਜੋ ਵਿਚਾਰ ਕੀਤੀ ਹੈ, ਜਿਹੜਾ ਇਸ ਦੇ ਅਰਥਾਏ ਅਰਥ ਸਮਝ ਲਵੇ, ਹਿਰਦੇ ਵਿੱਚ ਧਾਰਨ ਕਰ ਲਵੇ, ਉਹ ਹਮਾਰਾ ਕਹੀਏ ਤਮਾਮ ਭਾਵ ਸਭ ਦੇ ਪੂਜਣੇ ਯੋਗ ਹੈ। ਇਸ ਪਦ ਦੇ ਜੋ ਅਰਥਾਏ ਅਰਥਾਂ ਨੂੰ ਪੜ੍ਹ ਜਾਂ ਸੁਣ ਕੇ ਹਿਰਦੇ ਵਿੱਚ ਧਾਰ ਲੈਂਦਾ ਹੈ, ਉਹ ਪਰਮੇਸ਼ਰ ਦਾ ਸਰੂਪ ਹੋ ਜਾਂਦਾ ਹੈ। ਤੇ ਪਰਮੇਸ਼ਰ ਦਾ ਸਰੂਪ ਹੋਣ ਕਰਕੇ ਉਹ ਸਾਡਾ ਗੁਰੂ ਹੈ। ਨਾਨਕ ਚੀਨੈ ਆਪ ਕੋ ਸੋ ਅਪਰ ਅਪਾਰਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜਿਹੜਾ ਆਪਣੇ ਆਪ ਨੂੰ ਚੀਨੈ ਜਾਣ ਲਵੇ, ਉਹ ਅਪਰ ਭਿੰਨ ਜੋ ਪ੍ਰਕਿਰਤੀ ਹੈ, ਇਸ ਤੋਂ ਪਰੇ ਪਾਰਾਵਾਰ ਤੋਂ ਰਹਿਤ ਬ੍ਰਹਮ ਸਰੂਪ ਨੂੰ ਜਾਣ ਲੈਂਦਾ ਹੈ, ਉਸ ਦੀ ਪ੍ਰਾਪਤੀ ਵਾਲਾ ਹੋ ਜਾਂਦਾ ਹੈ। ਸਭ ਆਪੇ ਆਪ ਵਰਤਦਾ ਆਪੇ ਭਰਮਾਇਆ। ਸਭ ਕਹੀਏ ਸਾਰਿਆਂ ਵਿੱਚ ਆਪ ਖੁਦ ਬਖੁਦ ਆਪਣਾ ਆਪ ਰੂਪ ਹੀ ਪਰਮੇਸ਼ਰ ਵਰਤ ਰਿਹਾ ਹੈ। ਆਪ ਹੀ ਜੀਵਾਂ ਦੀ ਕਰਨੀ ਕਰਤੂਤ ਅਨੁਸਾਰ ਭਰਮਾ ਰਿਹਾ ਹੈ। ਗੁਰ ਕਿਰਪਾ ਤੇ ਬੂਝੀਐ ਸਭ ਬ੍ਰਹਮ ਸਮਾਇਆ। ਸਤਿਗੁਰਾਂ ਦੀ ਕਿਰਪਾ ਦਇਆ ਦ੍ਰਿਸ਼ਟੀ ਤੋਂ ਹੀ ਬੂਝੀਐ ਸਮਝਣਾ ਕਰੀਦਾ ਹੈ ਕਿ ਸਾਰਿਆਂ ਵਿੱਚ ਬ੍ਰਹਮ ਪਰਮੇਸ਼ਰ ਹੀ ਸਮਾਇਆ ਹੋਇਆ ਹੈ, ਵਿਆਪਿਆ ਮਿਲਿਆ ਹੋਇਆ ਹੈ। ਰਾਗ ਗੌੜੀ ਗੁਆਰੇਰੀ ਮਹੱਲਾ ਤੀਜਾ। ਅਸ਼ਟਪਦੀਆਂ।
ਸੋ ਅੱਗੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦੇ ਕੋਲ ਇੱਕ ਅਦਲੀ ਨਾਮੇ ਸਿੱਖ ਨੇ ਆਣ ਕੇ ਬੇਨਤੀ ਕੀਤੀ ਕਿ ਮਹਾਰਾਜ, ਮੈਂ ਬ੍ਰਾਹਮਣਾਂ ਲਈ ਬ੍ਰਹਮ ਭੋਜ ਤਿਆਰ ਕੀਤਾ ਸੀ। ਜਦੋਂ ਸਾਰੇ ਬ੍ਰਾਹਮਣ ਘਰ ਵਿੱਚ ਆ ਗਏ ਤੇ ਪੰਗਤਾਂ ਲਗਾ ਕੇ ਬੈਠ ਗਏ, ਉਸ ਵੇਲੇ ਦਾਈ ਨੇ ਆਣ ਕੇ ਦੱਸਿਆ ਕਿ ਤੁਹਾਡੇ ਘਰ ਪੁੱਤਰ ਪੈਦਾ ਹੋਇਆ। ਇਹ ਗੱਲ ਸੁਣ ਕੇ ਸਾਰੇ ਬ੍ਰਾਹਮਣ ਸੂਤਕ ਹੋ ਗਿਆ, ਸੂਤਕ ਹੋ ਗਿਆ, ਇਉਂ ਕਹਿ ਕੇ ਚਲੇ ਗਏ। ਸਾਰਾ ਅੰਨ ਵੀ ਵਿਅਰਥ ਹੀ ਜਾਵੇਗਾ, ਆਪ ਜੀ ਹੀ ਕਿਰਪਾ ਕਰੋ। ਤਾਂ ਸਤਿਗੁਰਾਂ ਨੇ ਆਪ ਦੇ ਸਿੱਖ ਭੇਜ ਕਰਕੇ ਸਾਰਾ ਪ੍ਰਸ਼ਾਦਾ ਛਕਾ ਦਿੱਤਾ। ਸਿੱਖ ਪ੍ਰਸ਼ਾਦਾ ਛਕ ਕੇ ਵਾਪਸ ਆ ਗਏ। ਜਦ ਬ੍ਰਾਹਮਣਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹ ਗੁੱਸੇ ਦੇ ਮਾਰੇ ਹੋਏ ਗੁਰੂ ਸਾਹਿਬ ਜੀ ਨਾਲ ਚਰਚਾ ਕਰਨ ਵਾਸਤੇ ਆ ਗਏ। ਕਹਿਣ ਲੱਗੇ ਕਿ ਮਹਾਰਾਜ, ਆਪ ਗੁਰੂ ਹੋ, ਫਿਰ ਤੁਸੀਂ ਸੂਤਕ ਵਾਲੇ ਘਰ ਦਾ ਭੋਜਨ ਕਿਉਂ ਖਾ ਲਿਆ? ਕੁਝ ਸੂਤਕ ਪਾਤਕ ਦਾ ਵਿਚਾਰ ਤਾਂ ਕਰ ਲਿਆ ਕਰੋ। ਤਾਂ ਗੁਰੂ ਸਾਹਿਬ ਜੀ ਕਹਿਣ ਲੱਗੇ ਕਿ ਹੇ ਪੰਡਤੋ, ਨਾਮ ਸਿਮਰਨ ਕਰਨ ਵਾਲੇ ਗੁਰਮੁਖਾਂ ਨੂੰ ਕੋਈ ਸੂਤਕ ਪਾਤਕ ਨਹੀਂ ਹੁੰਦਾ। ਜਿਹੜੇ ਮਨਮੁਖ ਲੋਕ ਹਨ, ਉਹਨਾਂ ਨੂੰ ਹੀ ਇਹ ਸੂਤਕ ਪਾਤਕ ਹੁੰਦਾ ਹੈ। ਜੇ ਸੂਤਕ ਦੀ ਵਿਚਾਰ ਕਰਨੀ ਹੈ ਤਾਂ ਫਿਰ ਇਹ ਹਰ ਥਾਂ ਹੀ ਸੂਤਕ ਹੈ। ਇਸ ਪ੍ਰਕਾਰ ਉਹਨਾਂ ਬ੍ਰਾਹਮਣਾਂ ਦੇ ਪ੍ਰਥਾਏ ਰਾਗ ਗੌੜੀ ਦੀ ਗੁਆਰੇਰੀ ਜਾਤੀ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ 8 ਪਦਿਆਂ ਵਾਲੀ ਅਸ਼ਟਪਦੀ ਉਚਾਰਨ ਕਰ ਰਹੇ ਹਨ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਜੋ ਅਦਵੈਤ ਸਰੂਪ ਬ੍ਰਹਮ ਪਰਮੇਸ਼ਰ ਹੈ, ਓੰਕਾਰ ਸਾਰਿਆਂ ਦਾ ਪ੍ਰਕਾਸ਼ਕ, ਜੋ ਸਤਿਗੁਰ ਕਹੀਏ ਗੁਰੂ ਸਾਹਿਬ ਜੀ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਮਨ ਕਾ ਸੂਤਕ ਦੂਜਾ ਭਾਉ। ਮਨ ਕਹੀਏ ਅੰਤਿਸ਼ ਕਰਨ ਦਾ ਸੂਤਕ ਤਾਂ ਦਵੈਤ ਭਾਵ ਹੈ। ਭਰਮੇ ਭੂਲੇ ਆਵੋ ਜਾਓ। ਇਹ ਜੀਵ ਭਰਮ ਸੰਸੇ ਦੇ ਵਿੱਚ ਹੀ ਭੁੱਲੇ ਹੋਏ ਜਨਮ ਧਾਰ ਕੇ ਆਵੋ ਆਉਂਦੇ ਹਨ ਤੇ ਮਰ ਕਰਕੇ ਜਾਓ ਜਾਂਦੇ ਹਨ। ਭਾਵ ਜੰਮਦੇ ਮਰਦੇ ਰਹਿੰਦੇ ਹਨ। ਮਨਮੁਖ ਸੂਤਕ ਕਬਹਿ ਨ ਜਾਏ। ਜਿਚਰ ਸ਼ਬਦ ਨ ਭੀਜੈ ਹਰ ਕੈ ਨਾਏ। ਰਹਾਉ। ਹੇ ਭਾਈ, ਮਨਮੁਖ ਸਾਖਤ ਮਨਮੁਖਾਂ ਨੂੰ ਸਦਾ ਹੀ ਸੂਤਕ ਬਣਿਆ ਰਹਿੰਦਾ। ਇਹ ਕਬਹਿ ਕਹੀਏ ਕਦੇ ਵੀ ਨਹੀਂ ਜਾਂਦਾ। ਜਿਚਰ ਜਿੰਨਾ ਚਿਰ ਤੱਕ ਇਸ ਦਾ ਚਿੱਤ ਸਤਿਗੁਰਾਂ ਦੇ ਉਪਦੇਸ਼ ਕਰਕੇ ਹਰੀ ਦੇ ਨਾਏ ਨਾਮ ਵਿੱਚ ਭਿੱਜਦਾ ਨਹੀਂ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਫਰਮਾਉਂਦੇ, ਸਭੋ ਸੂਤਕ ਜੇਤਾ ਮੋਹ ਆਕਾਰ। ਮਰ ਮਰ ਜੰਮੈ ਵਾਰੋ ਵਾਰ। ਜਿੰਨਾ ਵੀ ਆਕਾਰ ਰੂਪਾਂ ਸਰੀਰਾਂ ਦਾ ਮੋਹ ਸਨੇਹ ਕਰਨਾ ਹੈ, ਇਹ ਸਾਰਾ ਹੀ ਸੂਤਕ ਅਸ਼ੁੱਧੀ ਹੀ ਹੈ। ਮੌਤ ਦੇ ਮਾਰੇ ਹੋਏ ਵਾਰੋ ਵਾਰ ਬਾਰੰਬਾਰ ਜੰਮਦੇ ਅਤੇ ਮਰਦੇ ਰਹਿੰਦੇ ਹਨ। ਸੂਤਕ ਅਗਨ ਪੌਣੈ ਪਾਣੀ ਮਾਹੇ। ਅਗਨ ਕਹੀਏ ਅੱਗ, ਪੌਣੈ ਹਵਾ, ਪਾਣੀ ਜਲ ਵਿੱਚ ਵੀ ਸੂਤਕ ਹੈ। ਅਪਵਿੱਤਰਤਾ ਹੈ। ਭਾਵ ਅੱਗ ਵਿੱਚ ਵੀ ਚੰਗਿਆੜੇ ਪੈਦਾ ਹੁੰਦੇ, ਪੌਣ ਵਿੱਚ ਵੀ ਅਨੇਕਾਂ ਅਣੂ ਸਾਹ ਲੈਂਦਿਆਂ ਆਪਣੇ ਅੰਦਰ ਜਾਂਦੇ ਹਨ। ਪਾਣੀ ਵਿੱਚ ਤਾਂ ਸਾਰੇ ਜੀਵ ਹੀ ਹਨ, ਕਿਉਂਕਿ ਪਹਿਲਾ ਪਾਣੀ ਜੀਉ ਹੈ। ਜਿਤ ਹਰਿਆ ਸਭ ਕੋਇ। ਸੂਤਕ ਭੋਜਨ ਜੇਤਾ ਕਿਛ ਖਾਹੇ। ਜਿੰਨਾ ਕੁਝ ਵੀ ਅਸੀਂ ਖਾਂਦੇ ਹਾਂ, ਇਹ ਸਾਰਾ ਭੋਜਨ ਅੰਨ ਵੀ ਸੂਤਕ ਹੀ ਹੈ। ਪਾਤਸ਼ਾਹ ਦਾ ਪਾਵਨ ਵਾਕ ਹੈ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਈ। ਸੂਤਕ ਕਰਮਨ ਪੂਜਾ ਹੋਏ। ਜਿਹੜੇ ਕਰਮਨ ਕਹੀਏ ਕਰਮ ਕਰਦੇ ਹੋ ਅਤੇ ਪੂਜਾ ਅਰਚਨ ਕਰਦੇ ਹੋ, ਇਹਨਾਂ ਵਿੱਚ ਵੀ ਸੂਤਕ ਹੁੰਦਾ ਹੈ। ਭਾਵ ਜਦੋਂ ਕੰਮਾਂ ਦਾ ਜਾਂ ਪੂਜਾ ਕਰਨ ਦਾ ਫੁਰਨਾ ਉੱਠਦਾ ਹੈ, ਉਦੋਂ ਸੰਕਲਪ ਉੱਠਣ ਕਰਕੇ ਸੂਤਕ ਵੀ ਨਾਲ ਹੀ ਆ ਗਿਆ। ਸੋ ਕਰਮਨ ਪਾਠ ਹੀ ਕਰਨਾ ਹੈ। ਦੂਸਰਾ ਪਾਠ ਨਖੇਦ ਮੰਨ ਕੇ ਇਸ ਪ੍ਰਕਾਰ ਵੀ ਕਰਦੇ ਹਨ, ਸੂਤਕ ਕਰਮ ਨ ਪੂਜਾ ਹੋਏ। ਸੋ ਕਰਮ ਤੇ ਨੰਨਾ ਮੁਕਤਾ ਅਲੱਗ ਵੀ ਕਰ ਲੈਂਦੇ ਹਨ। ਜਿਸ ਕਰਮ ਕਰਦਿਆਂ ਸੂਤਕ ਹੋ ਜਾਵੇ, ਉਹ ਪੂਜਾ ਕੀਤੀ ਸਫਲ ਨਹੀਂ ਹੁੰਦੀ, ਤਾਂ ਫਿਰ ਕਰਨ ਦੀ ਕੀ ਲੋੜ ਹੈ। ਇਹ ਹਿੰਦੂ ਮਤ ਵਿੱਚ ਮੰਨਿਆ। ਫਿਰ ਸੂਤਕ ਵਿੱਚ ਨਾ ਕਰਮ ਹੋ ਸਕਦੇ ਹਨ ਤੇ ਨਾ ਪੂਜਾ ਹੋ ਸਕਦੀ ਹੈ। ਨਾਮ ਰਤੇ ਮਨ ਨਿਰਮਲ ਹੋਏ। ਹੇ ਪੰਡਤੋ, ਜਿਹੜੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਗਏ ਹਨ,
ਉਹਨਾਂ ਦਾ ਮਨ ਹਿਰਦਾ ਨਿਰਮਲ ਸ਼ੁੱਧ ਹੁੰਦਾ। ਸਤਿਗੁਰ ਸੇਵਿਐ ਸੂਤਕ ਜਾਏ, ਮਰੈ ਨ ਜਨਮੈ ਕਾਲ ਨ ਖਾਏ। ਜੇਕਰ ਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰੋ ਤਾਂ ਸੂਤਕ ਅਸ਼ੁੱਧੀ ਦਾ ਭਰਮ ਚਲਿਆ ਜਾਂਦਾ ਹੈ। ਫਿਰ ਉਹ ਨਾ ਮੌਤ ਦਾ ਮਾਰਿਆ ਮਰਦਾ ਹੈ ਅਤੇ ਨਾ ਹੀ ਵਾਸ਼ਨਾ ਦਾ ਬੱਧਾ ਜੰਮਦਾ ਹੈ ਅਤੇ ਨਾ ਹੀ ਉਸ ਨੂੰ ਕਾਲ ਜੰਮ ਭਖਣ ਕਰਦਾ। ਬਾਲ ਯੁਵਾ ਬਿਰਧ ਅਵਸਥਾ ਵਿੱਚ ਉਹਨਾਂ ਦੇ ਤਾਈਂ ਸਮਾਂ ਵੀ ਨਹੀਂ ਖਾਂਦਾ। ਸਾਸਤ ਸਿਮਰਤ ਸੋਧ ਦੇਖੋ ਕੋਏ, ਵਿਣ ਨਾਵੈ ਕੋ ਮੁਕਤ ਨ ਹੋਏ। ਜੇਕਰ ਤੁਹਾਨੂੰ ਕਿਸੇ ਉਗਾਹੀ ਦੀ ਲੋੜ ਹੈ, 6 ਸ਼ਾਸਤਰ 27 ਸਿਮਰਤੀਆਂ ਨੂੰ ਤੁਹਾਡੇ ਵਿੱਚੋਂ ਕੋਈ ਵੀ ਚੰਗੀ ਤਰ੍ਹਾਂ ਸੋਧ ਵਿਚਾਰ ਕੇ ਦੇਖ ਲਵੇ, ਪਰਮੇਸ਼ਰ ਦੇ ਅੰਮ੍ਰਿਤ ਨਾਮ ਤੋਂ ਬਗੈਰ ਕੋਈ ਵੀ ਬੰਧਨਾਂ ਤੋਂ ਰਹਿਤ ਮੁਕਤ ਨਹੀਂ ਹੋ ਸਕਦਾ। ਜੁਗ ਚਾਰੇ ਨਾਮ ਉੱਤਮ ਸ਼ਬਦ ਵਿਚਾਰ। ਚਾਰੇ ਚੌਹਾਂ ਯੁੱਗਾਂ ਵਿੱਚ ਪਰਮੇਸ਼ਰ ਦਾ ਨਾਮ ਹੀ ਉੱਤਮ ਸ੍ਰੇਸ਼ਟ ਹੈ। ਇਹ ਗੁਰਾਂ ਦੇ ਉਪਦੇਸ਼ ਨੂੰ ਵਿਚਾਰ ਕਰਕੇ ਵੇਖ ਲਓ। ਚੌਹਾਂ ਯੁੱਗਾਂ ਵਿੱਚ ਸ਼ਬਦ ਬ੍ਰਹਮ ਦੀ ਵਿਚਾਰ ਉੱਤਮ ਨਾਮ ਕਰਕੇ ਪ੍ਰਾਪਤ ਹੁੰਦੀ ਹੈ। ਕਲ ਮਹਿ ਗੁਰਮੁਖ ਉਤਰਸ ਪਾਰ, ਉਹ ਹੀ ਗੁਰਮੁਖ ਅਧਿਕਾਰੀ ਜਨ। ਕਲ ਕਹੀਏ ਕਲਯੁਗ ਵਿੱਚ ਸੰਸਾਰ ਸਮੁੰਦਰ ਤੋਂ ਪਾਰ ਉਤਰ ਜਾਂਦੇ ਹਨ। ਸਾਚਾ ਮਰੈ ਨ ਆਵੈ ਜਾਏ, ਨਾਨਕ ਗੁਰਮੁਖ ਰਹਿ ਸਮਾਏ। ਸੱਚਾ ਪਰਮੇਸ਼ਰ ਨਾ ਮਰਦਾ ਹੈ, ਨਾ ਉਹ ਜਨਮ ਧਾਰ ਕੇ ਆਵੈ ਕਹੀਏ ਨਾ ਆਉਂਦਾ ਹੈ, ਨਾ ਪਰਲੋਕ ਵਿੱਚ ਜਾਂਦਾ ਹੈ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਮੁਖ ਜਨ ਉਸ ਵਾਹਿਗੁਰੂ ਵਿੱਚ ਹਰ ਵੇਲੇ ਹੀ ਅਭੇਦ ਹੋਏ ਰਹਿੰਦੇ ਹਨ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।